Hey there, this is Simran from Simran IELTS Academy. Welcome to my YouTube channel. So usually I got a feedback कि बहुत सारे स्टूडेंट ਕਹਿੰਦੇ ਨੇ ਕਿ IELTS ਦੀ ਤਿਆਰੀ ਕਿੱਦਾਂ ਕਰੀਏ ਰਾਈਟ ਤਾਂ ਉਹਨਾਂ ਨੂੰ ਕਦੀ ਪ੍ਰੋਬਲਮ ਆਉਂਦੀ ਹੈ ਕਦੀ ਕਹਿਣਗੇ ਕਿ ਸਾਨੂੰ ਰਾਈਟਿੰਗ ਮੋਡਿਊਲ 'ਚ ਪ੍ਰੋਬਲਮ ਆ ਰਹੀ ਹੈ ਕੋਈ ਕਹੇਗਾ ਕਿ ਮੈਨੂੰ ਰੀਡਿੰਗ 'ਚ ਪ੍ਰੋਬਲਮ ਆ ਰਹੀ ਹੈ ਬਟ ਐਕਚੁਅਲ 'ਚ ਉਹਨਾਂ ਨੂੰ ਆਪਣੀਆਂ ਪ੍ਰੋਬਲਮਸ ਪਤਾ ਹੀ ਨਹੀਂ ਹੁੰਦੀਆਂ ਬਿਕੋਜ਼ ਉਹ ਹਰ ਟਾਈਮ ਦੇ ਉੱਤੇ ਆਪਣੇ ਮਾਈਂਡ ਦੇ ਉੱਤੇ ਹਰ ਇੱਕ ਮੋਡਿਊਲ ਦਾ ਬੋਝ ਲੈ ਕੇ ਚੱਲਦੇ ਆ ਰਾਈਟ ਤਾਂ ਇਹਦੇ ਨਾਲ ਕੀ ਹੁੰਦਾ ਨਾ ਹੀ ਕਦੀ ਉਹ ਰੀਡਿੰਗ ਇੰਪਰੂਵ ਕਰ ਪਾਉਂਦੇ ਆ ਨਾ ਹੀ ਉਹ ਲਿਸਨਿੰਗ ਇੰਪਰੂਵ ਕਰ ਪਾਉਂਦੇ ਆ ਔਰ ਨਾ ਹੀ ਉਹ ਆਪਣੀ ਰਾਈਟਿੰਗ ਔਰ ਸਪੀਕਿੰਗ ਨੂੰ ਇੰਪਰੂਵ ਕਰ ਪਾਉਂਦੇ ਆ ਬਿਕੋਜ਼ ਉਹ ਇੱਕ ਟਾਈਮ ਦੇ ਉੱਤੇ ਹੀ 4 ਮੋਡਿਊਲਸ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਆ ਕਦੀ ਵੀ ਜਦੋਂ ਤੁਸੀਂ IELTS ਦੀ ਪ੍ਰੈਪਰੇਸ਼ਨ ਕਰਨੀ ਹੈ ਡੋਂਟ ਥਿੰਕ ਕਿ ਅਗਰ ਤੁਸੀਂ ਡੇਲੀ ਬੇਸਿਸ ਦੇ ਉੱਤੇ 4 ਮੋਡਿਊਲਸ ਦੀ ਪ੍ਰੈਕਟਿਸ ਕਰ ਲਈ ਮੀਨਸ ਤੁਸੀਂ 1 ਆਰ ਲਗਾ ਕੇ ਰੀਡਿੰਗ ਨੂੰ ਸੋਲਵ ਕਰ ਲਿਆ ਲਿਸਨਿੰਗ ਸੋਲਵ ਕਰ ਲਈ ਔਰ ਰਾਈਟਿੰਗ ਦੇ ਟਾਸਕ ਲਿਖ ਲਏ ਔਰ ਸਪੀਕਿੰਗ ਦੇ 1-2 ਇੰਟਰਵਿਊਜ਼ ਕੰਡਕਟ ਕਰ ਲਏ ਤਾਂ ਇਹਦੇ ਨਾਲ ਇਹ ਨਹੀਂ ਹੋਏਗਾ ਕਿ ਤੁਹਾਡੀ IELTS ਦੀ ਪ੍ਰੈਪਰੇਸ਼ਨ ਹੋਗੀ IELTS ਕੋਈ ਗੇਮ ਨਹੀਂ ਹੈ ਜਾਂ IELTS ਕੋਈ ਸਿਲੇਬਸ ਨਹੀਂ ਹੈ ਕਿ ਡੇਲੀ ਬੇਸਿਸ 'ਤੇ ਤੁਹਾਨੂੰ ਰੱਟਣਾ ਪਏਗਾ ਇਟਸ ਜਸਟ ਅਬਾਊਟ ਅੰਡਰਸਟੈਂਡਿੰਗ ਰਾਈਟ ਸੋ ਜਦੋਂ ਵੀ ਤੁਸੀਂ IELTS ਦੀ ਪ੍ਰੈਪਰੇਸ਼ਨ ਕਰਨੀ ਹੈ ਫਸਟ ਥਿੰਗ ਯੂ ਨੀਡ ਟੂ ਨੋ ਇਜ਼ ਪਹਿਲਾਂ ਹਮੇਸ਼ਾ 4 ਮੋਡਿਊਲਸ ਦਾ ਬੇਸ ਕਲੀਅਰ ਕਰੋ ਰਾਈਟ ਹਰ ਇੱਕ ਸਟੂਡੈਂਟ ਦੀ ਕੋਈ ਨਾ ਕੋਈ ਸਟਰੈਂਥ ਹੁੰਦੀ ਹੈ ਐਂਡ ਕੋਈ ਨਾ ਕੋਈ ਵੀਕਨੈਸ ਹੁੰਦੀ ਹੈ ਅਗਰ ਤੁਸੀਂ ਆਪਣੀਆਂ ਵੀਕਨੈਸ ਔਰ ਸਟਰੈਂਥਸ ਨੂੰ ਜੱਜ ਕਰ ਲਿਆ ਆਪਣੇ ਆਪ ਜੱਜ ਕਰ ਲਿਆ ਤਾਂ ਸ਼ਾਇਦ ਤੁਹਾਡੀ ਇੰਪਰੂਵਮੈਂਟ ਬਹੁਤ ਜ਼ਿਆਦਾ ਹੋ ਸਕਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰਕੇ ਆਪਣੀਆਂ ਕਮੀਆਂ ਦੇ ਉੱਤੇ ਵਰਕ ਕਰੋਗੇ ਰਾਈਟ ਫਸਟ I will talk about reading module so reading module ਦੇ ਵਿੱਚ ਮੇਨ ਪ੍ਰੋਬਲਮ ਬਹੁਤ ਸਾਰੇ ਸਟੂਡੈਂਟਸ ਨੂੰ ਆਉਂਦੀ ਹੈ ਕੁਝ ਸਟੂਡੈਂਟਸ ਨੂੰ ਪੈਸੇਜ ਅੰਡਰਸਟੈਂਡ ਨਹੀਂ ਹੁੰਦਾ ਰਾਈਟ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਲਈ ਜਿਹੜੀ ਵੋਕੈਬਲਰੀ ਪੈਸੇਜ ਦੇ ਵਿੱਚ ਦਿੱਤੀ ਹੋਈ ਹੈ ਦੈਟ ਇਜ਼ ਕੁਆਇਟ ਡਿਫਿਕਲਟ ਤੇ ਸਾਨੂੰ ਉਹ ਵੋਕੈਬਲਰੀ ਵਰਡਸ ਫੈਮਿਲਰ ਨਹੀਂ ਲੱਗਦੀਆਂ ਸਾਨੂੰ ਵੋਕੈਬਲਰੀ ਨਹੀਂ ਆਉਂਦੀ ਤਾਂ ਇਟਸ ਨਾਟ ਅ ਬਿਗ ਡੀਲ ਹਰ ਇੱਕ ਸਟੂਡੈਂਟ ਨੂੰ ਵੋਕੈਬਲਰੀ ਨਹੀਂ ਆਉਂਦੀ ਹੋਣੀ ਮੇਨ ਪ੍ਰੋਬਲਮ ਇਜ਼ ਕਿਉਂਕਿ ਹਰ ਇੱਕ ਜਿਹੜੀ ਰੀਡਿੰਗ ਆਪਣੇ ਕੋਲ ਆਉਂਦੀ ਹੈ ਉਹਦੇ ਵਿੱਚ 80% ਪੈਸੇਜਸ ਆਰ ਰਿਲੇਟਡ ਟੂ ਸਾਇੰਸ ਸਟਰੀਮ ਜਿਹਦੇ ਕਰਕੇ ਬਹੁਤ ਸਾਰੇ ਸਟੂਡੈਂਟਸ ਹੂ ਬਿਲੋਂਗ ਟੂ ਕਾਮਰਸ ਔਰ ਆਰਟ ਸਟਰੀਮ ਉਹਨਾਂ ਨੂੰ ਵੋਕੈਬਲਰੀ ਨੂੰ ਅੰਡਰਸਟੈਂਡ ਕਰਨ 'ਚ ਕਾਫੀ ਦਿੱਕਤ ਆਉਂਦੀ ਹੈ ਸੋ ਰੀਡਿੰਗ ਇਜ਼ ਨਾਟ ਓਨਲੀ ਅਬਾਊਟ ਵੋਕੈਬਲਰੀ No doubt it is a kind of vocabulary test but it is not only about vocabulary ਤੁਸੀਂ vocabulary ਨੂੰ ignore ਕਰਕੇ ਥੋੜਾ ਜਿਹਾ ਟੈਕਲ ਕਰਕੇ vocabulary ਨੂੰ and ਜਿਹੜੇ ਤੁਹਾਡਾ ਪਲੱਸ ਪੁਆਇੰਟ ਹੈ ਮੀਨਸ ਹੋ ਸਕਦਾ ਹੈ ਕਿ ਤੁਹਾਨੂੰ ਅੰਡਰਸਟੈਂਡ ਕਰਨ ਦੀ ਪੈਸੇਜ ਨੂੰ ਜ਼ਰੂਰਤ ਨਾ ਹੀ ਹੋਵੇ ਤੁਸੀਂ ਸਿਰਫ ਕੀਵਰਡਸ ਦੇ ਬੇਸਿਸ ਦੇ ਉੱਤੇ ਵੀ ਆਨਸਰਸ ਨੂੰ ਮਾਰਕ ਕਰਕੇ ਐਕੂਰੇਸੀ ਲਿਆ ਸਕਦੇ ਹੋ ਸੋ ਇਫ ਯੂ ਆਰ ਅ ਕਾਈਂਡ ਆਫ ਸਟੂਡੈਂਟ ਜਿਹਨੂੰ vocabulary ਅੰਡਰਸਟੈਂਡ ਨਹੀਂ ਹੁੰਦੀ ਬਟ ਕੀਵਰਡਸ ਦੇ ਅਕੋਰਡਿੰਗਲੀ ਬਹੁਤ ਅੱਛੀ ਐਕੂਰੇਸੀ ਤੁਹਾਡੀ ਆਉਂਦੀ ਹੈ ਸੋ ਡੋਂਟ ਰਨ ਆਫਟਰ ਦ vocabulary ਹਮੇਸ਼ਾ ਐਕੂਰੇਸੀ ਲਿਆਉਣ ਵਾਸਤੇ ਵਿਚ ਇਜ਼ ਯੋਰ ਬੈਸਟ ਪਾਰਟ ਅਗਰ ਤੁਸੀਂ ਕੀਵਰਡਸ ਨੂੰ ਬਹੁਤ ਜਲਦੀ ਮਾਰਕ ਕਰ ਲੈਂਦੇ ਹੋ ਤੁਹਾਡੀ ਕੀਵਰਡਸ ਨਾਲ ਰੀਡਿੰਗ ਸੋਲਵ ਕਰਦੇ ਹੋਏ ਟਾਈਮ ਮੈਨੇਜਮੈਂਟ ਅੱਛੀ ਹੁੰਦੀ ਹੈ ਦੈਨ ਗੋ ਫॉर ਕੀਵਰਡਸ ਮੈਥਡ ਆਪਣਾ ਮੈਥਡ ਤੁਸੀਂ ਵਾਈਜ਼ਲੀ ਚੂਜ਼ ਕਰਨਾ ਹੈ ਵੈਦਰ ਯੂ ਵਾਂਟ ਟੂ get accuracy by deeply understanding the passage or you want to get accuracy by just marking the keywords answers according to the keyword right then ਨੈਕਸਟ ਥਿੰਗ ਇਜ਼ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਹੁੰਦੇ ਨੇ ਕਿ ਸਿਰਫ ਰੀਡਿੰਗ ਦੇ ਪੈਟਰਨ ਦੀ ਹੀ ਗੱਲ ਨਹੀਂ ਹੁੰਦੀ ਉਹਨਾਂ ਨੂੰ ਕੁਐਸਚਨ ਟਾਈਪਸ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਰਾਈਟ ਕੁਝ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ MCQs ਅੰਡਰਸਟੈਂਡ ਕਰਨ ਦੇ ਵਿੱਚ ਕੁਝ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਟਰੂ ਫਾਲਸ ਦੇ ਮੀਨਸ ਉਹਨਾਂ ਦੀ ਮੇਨ ਪ੍ਰੋਬਲਮ ਹੀ ਟਰੂ ਫਾਲਸ ਨਾਟ ਗਿਵਨ ਹੈ ਰਾਈਟ ਸੋ ਯੂ ਹੈਵ ਟੂ ਅੰਡਰਸਟੈਂਡ ਯੂ ਹੈਵ ਟੂ ਸਟੇ ਅਪਡੇਟਡ ਵਿਦ ਦ ਕਿ IELTS ਐਗਜ਼ਾਮ ਜਿਹੜੇ ਫਾਈਨਲ ਹੋ ਰਹੇ ਨੇ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਕੁਐਸਚਨਸ ਜਾਂ ਕਿਸ ਤਰ੍ਹਾਂ ਦੇ ਕੁਐਸਚਨਸ ਦੇ ਕੰਬੀਨੇਸ਼ਨਸ ਆ ਰਹੇ ਨੇ ਰਾਈਟ ਐਜ਼ ਵੀ ਨੋ ਐਟ ਪ੍ਰੈਜ਼ੈਂਟ ਦੋ ਟਾਈਮ ਜ਼ੋਨਸ ਦੇ ਵਿੱਚ 2 ਟਾਈਮਸ ਦੇ ਉੱਤੇ ਜਿਹੜੇ IELTS ਐਗਜ਼ਾਮੀਨੇਸ਼ਨ ਹੈ ਕੰਡਕਟ ਕਰਵਾਏ ਜਾ ਰਹੇ ਨੇ ਮਾਰਨਿੰਗ ਔਰ ਈਵਨਿੰਗ ਦੇ ਵਿੱਚ ਰਾਈਟ ਸੋ ਇਫ ਆਈ ਸੇ ਟਾਕ ਅਬਾਊਟ ਮਾਰਨਿੰਗ ਔਰ ਈਵਨਿੰਗ ਸਲੋਟ ਦੇ ਐਗਜ਼ਾਮੀਨੇਸ਼ਨ ਦੇ ਪੈਟਰਨ ਦੇ ਤਾਂ ਇੱਕ ਐਗਜ਼ਾਮੀਨੇਸ਼ਨ ਪੈਟਰਨ ਦੇ ਵਿੱਚ ਦੇਰ ਆਰ ਫਿਲ ਇਨ ਦ ਬਲੈਂਕਸ ਦੇਰ ਆਰ ਟਰੂ ਫਾਲਸ ਨਾਟ ਗਿਵਨ ਔਰ ਦੇਰ ਆਰ ਲਿਸਟ ਆਫ ਹੈਡਿੰਗਸ ਐਂਡ MCQs ਇਹ ਕੰਬੀਨੇਸ਼ਨ ਆ ਰਹੇ ਆ ਹਾਊਐਵਰ ਸੈਕਿੰਡ ਜਿਹੜਾ suppose it's of evening ਤਾਂ ਉਹਦੇ ਵਿੱਚ which paragraph contains following information true false not given yes no not given classify the information ਐਦਾਂ ਦੇ ਕੁਐਸਚਨਸ ਆ ਰਹੇ ਰਾਈਟ ਸੋ ਯੂ ਨੀਡ ਟੂ ਅੰਡਰਸਟੈਂਡ ਦ ਪੈਟਰਨ ਅਪਡੇਟਡ ਪੈਟਰਨ ਚੱਲ ਕੀ ਰਿਹਾ ਦੈਨ ਤੁਸੀਂ ਜਦੋਂ ਕਲਾਸ ਦੇ ਵਿੱਚ ਪ੍ਰੈਕਟਿਸ ਕਰਦੇ ਹੋ ਕੀਪ ਅ ਟਰੈਕ ਕਿਸ ਚੀਜ਼ ਦਾ ਰੱਖਣਾ ਹੈ ਕਿ ਅਗਰ ਮੈਂ ਇੱਕ ਵੀਕ ਨੂੰ ਐਨਾਲਾਈਜ਼ ਕਰਾਂ ਤਾਂ ਮੇਰੇ ਇੱਕ ਵੀਕ ਦੇ ਵਿੱਚ ਮੇਜਰ ਜਿਹੜੇ ਕੁਐਸਚਨਸ ਨੇ ਉਹ ਕਿਹੜੇ ਰੋਂਗ ਹੋ ਰਹੇ ਨੇ ਵੈਦਰ ਇਟਸ ਅਬਾਊਟ ਕਿ 1-2 ਟਰੂ ਫਾਲਸ ਹੋ ਰਹੇ 1-2 MCQs ਹੋ ਰਹੀਆਂ 1-2 ਬਲੈਂਕਸ wrong ਹੋ ਰਹੀਆਂ ਸੋ ਦੈਟਸ ਓਕੇ ਇਹ ਸਭ ਦੇ ਨਾਲ ਹੁੰਦਾ ਯੂ ਕਾਂਟ ਬੀ ਪਰਫੈਕਟ ਆਲ ਦ ਟਾਈਮ ਰਾਈਟ ਹਾਊਐਵਰ ਇਫ ਇੱਕ ਵੀਕ ਦੇ ਵਿੱਚ ਤੁਹਾਡੇ ਸਿਰਫ ਟਰੂ ਫਾਲਸ ਨਾਟ ਗਿਵਨ ਕੁਐਸਚਨ ਹੀ ਗਲਤ ਹੋ ਰਹੇ ਨੇ ਬਾਕੀ ਸਾਰੇ ਕੁਐਸਚਨਸ ਜਿੱਥੇ ਤੁਹਾਡੀ ਅੱਛੀ ਕਮਾਂਡ ਹੈ ਰਾਈਟ ਸੋ ਦੈਟਸ ਯੋਰ ਪ੍ਰੋਬਲਮ ਰਾਈਟ ਤੁਸੀਂ ਉਸ ਪ੍ਰੋਬਲਮ ਨੂੰ ਹੀ ਸੋਲਵ ਕਰਨਾ ਹੈ ਦੈਨ
सारी रीडिंग छड़ दो, डोंट फोकस कि मैं 1 घंटे फुल रीडिंग करनी है। गिव सम टाइम टू ओनली ट्रू फॉल्स नॉट गिवन क्वेश्चन। तुसी सिर्फ ट्रू फॉल्स नॉट गिवन क्वेश्चनस ਨੂੰ ਪਿਕ ਕਰੋ, 4-5 ਰੀਡਿੰਗਸ ਕਲੈਕਟ ਕਰੋ ਐਂਡ ਸਾਰੇ ਕਨਸੈਪਟ ਕਲੀਅਰ ਕਰਨ ਦੀ ਕੋਸ਼ਿਸ਼ ਕਰੋ ਕਿ ਟਰੂ ਫਾਲਸ ਨਾਟ ਗਿਵਨ ਕੁਐਸਚਨਸ ਦੇ ਕਨਸੈਪਟ ਕੀ ਹੈ, ਕਿੱਦਾਂ ਇਹਨਾਂ ਨੂੰ ਸੋਲਵ ਕਰਨਾ ਹੈ ਐਂਡ ਟਰੂ ਫਾਲਸ ਨਾਟ ਗਿਵਨ ਨੂੰ ਸੋਲਵ ਕਰਾਂ ਮੈਂ ਕਿਸ ਤਰੀਕੇ ਨਾਲ ਸੋਲਵ ਕਰਾਂ ਕਿ ਮੇਰੀ ਐਕੂਰੇਸੀ ਹੈ ਜਿਹੜੀ ਇਨਕਰੀਜ਼ ਹੋਗੇ। ਸੇਮ ਇੰਪਲਾਈਜ਼ ਫॉर ਅਦਰ ਮੈਥਡਸ ਆਲਸੋ। ਇਫ ਯੂ ਆਰ ਫੇਸਿੰਗ ਪ੍ਰੋਬਲਮ ਇਨ ਲਿਸਟ ਆਫ ਹੈਡਿੰਗਸ ਦੈਨ ਓਨਲੀ ਫੋਕਸ ਔਨ ਲਿਸਟ ਆਫ ਹੈਡਿੰਗਸ, ਬਿਕਾਜ਼ ਹਰ ਇੱਕ ਕੁਐਸਚਨ ਨੂੰ ਇੰਡੀਵਿਜੂਅਲੀ ਤੁਸੀਂ ਪ੍ਰੋਫੀਸ਼ੀਐਂਟ ਹੋ ਕੇ ਹਰ ਇੱਕ ਕੁਐਸਚਨ ਦੇ ਅगर तुसी इंडिविजुअल फोकस करोगे, इंडिविजुअली अपनी एक्यूरेसी ਨੂੰ ਵਧਾਓਗੇ ਤਾਂ ओवरऑल रीडिंग ਦੀ एक्यूरेसी ऑटोमेटिकली ही इंक्रीज हो जाएगी, राइट। सो दिस इज हाउ you have to attempt the reading module। if I talk about writing module, हम ਆਪਾਂ ਸਭ ਨੂੰ ਪਤਾ ਹੈ ਕਿ writing module ਦੇ ਵਿੱਚ there are different kinds of essays and there are different kinds of tasks। if you will try to do ਕਿ ਇੱਕ ਦਿਨ ਮੈਂ ਬਾਰ ਗ੍ਰਾਫ ਕੀਤਾ, ਇੱਕ ਦਿਨ ਲਾਈਨ ਕੀਤਾ, ਇੱਕ ਦਿਨ ਪਾਈ ਚਾਰਟ ਕੀਤਾ, that would not be like so good because you will get confused। ਤਿੰਨਾਂ ਦੇ ਮੈਥਡਸ ਅਲੱਗ-ਅਲੱਗ ਹੁੰਦੇ ਨੇ, ਤੁਸੀਂ ਤਿੰਨਾਂ ਦੇ ਮੈਥਡਸ ਨੂੰ ਮਿਕਸ ਅਪ ਕਰ ਸਕਦੇ ਹੋ, ਤਿੰਨਾਂ ਨੂੰ ਮਰਜ ਕਰਕੇ ਪ੍ਰੈਜ਼ੈਂਟ ਕਰ ਸਕਦੇ ਹੋ, ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਐਗਜ਼ਾਮੀਨਰ ਨੂੰ ਵੀ ਹੋ ਸਕਦੀ ਹੈ, ਰਾਈਟ। ਤਾਂ ਤੁਹਾਡੀ ਇੱਕ ਅੱਛੀ ਪ੍ਰੈਜ਼ੈਂਟੇਸ਼ਨ ਨਹੀਂ ਆਏਗੀ। what you have to do is you have to pick one graph। ਇੱਕ ਗ੍ਰਾਫ ਨੂੰ ਪਿਕ ਕਰੋ, ਉਹਦੇ 3-4 ਤਰ੍ਹਾਂ ਦੇ ਸੈਂਪਲ ਆਨਸਰਸ ਲਿਖ ਕੇ ਦੇਖੋ। ਮੀਨਸ suppose you have picked the pie chart, so try to solve one pie chart in which the pie chart is given of 2 years। second pie chart ਤੁਸੀਂ ਪਿਕ ਕਰੋ ਜਿਸ ਦੇ ਵਿੱਚ 2 ਕੈਟਾਗਰੀਜ਼ ਦਾ pie chart ਦਿੱਤਾ ਹੋਵੇ। third presentation ਤੁਸੀਂ ਚੱਕੋ ਜਿਸ ਦੇ ਵਿੱਚ ਇੱਕ present ਇੱਕ past ਦਾ ਦਿੱਤਾ ਹੋਵੇ। fourth again pie chart ਚੱਕੋ ਜਿਸ ਦੇ ਵਿੱਚ ਪਾਸਟ ਪ੍ਰੈਜ਼ੈਂਟ ਔਰ ਫਿਊਚਰ ਦੀ ਗੱਲ ਕੀਤੀ ਹੋਵੇ। ਮੀਨਸ ਅਗਰ ਤੁਸੀਂ ਪਾਈ ਚਾਰਟ ਨੂੰ ਪਿਕ ਕਰਤਾ ਤਾਂ ਉਹਦੀਆਂ ਜਿੰਨੀਆਂ ਵੀ ਪੋਸੀਬਲ ਪ੍ਰੈਜ਼ੈਂਟੇਸ਼ਨਸ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਪਹਿਲਾਂ ਸੋਲਵ ਕਰੋ ਤੇ ਪਾਈ ਚਾਰਟ ਨੂੰ ਪ੍ਰੋਫੀਸ਼ੀਐਂਟ ਕਰੋ, ਤਾਂ ਕਿ ਇਫ ਤੁਸੀਂ 1 ਮੰਥ ਬਾਅਦ ਵੀ ਐਗਜ਼ਾਮ ਦੇਣਾ ਹੋਵੇ, ਐਗਜ਼ਾਮ 'ਚ 1 ਮੰਥ ਬਾਅਦ ਵੀ ਪਾਈ ਚਾਰਟ ਆ ਜੇ ਤਾਂ ਤੁਹਾਨੂੰ ਕੋਈ ਦਿੱਕਤ ਨਾ ਆਵੇ। ਜਦੋਂ ਆਪਾਂ ਸਭ ਚੀਜ਼ਾਂ ਨੂੰ ਸਾਈਮਲਟੇਨੀਅਸਲੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਦਿਨ ਬਾਰ ਗ੍ਰਾਫ ਕਰ ਲਿਆ, ਕਿਸੇ ਦਿਨ ਪਾਈ ਕਰ ਲਿਆ ਜਾਂ ਕਿਸੇ ਦਿਨ ਲਾਈਨ ਗ੍ਰਾਫ ਕਰ ਲਿਆ, ਤਾਂ ਉਹਦੇ ਨਾਲ ਕੀ ਹੁੰਦਾ ਕਿ ਆਪਾਂ ਕਨਫਿਊਜ਼ ਹੋ ਜਾਂਦੇ। ਇਵਨ ਬਹੁਤ ਸਾਰੇ ਆਪਣੇ ਟਾਸਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਅਟੈਂਪਟ ਵੀ ਨਹੀਂ ਕੀਤਾ ਹੁੰਦਾ। ਸਪੋਜ਼ ਇਫ ਤੁਸੀਂ ਸਿਰਫ ਬਾਰ ਗ੍ਰਾਫ ਪਿਕ ਕਰ ਲਿਆ, ਤੁਸੀਂ ਈਅਰਸ ਦੀ ਪ੍ਰੈਜ਼ੈਂਟੇਸ਼ਨ ਵਾਲਾ ਬਾਰ ਗ੍ਰਾਫ ਕਰੀ ਜਾ ਰਹੇ ਹੋ, ਉਹੀ ਤੁਸੀਂ ਬਾਰ-ਬਾਰ ਪਾਈ ਚਾਰਟ ਕਰੇ ਜਾ ਰਹੇ ਹੋ, ਲਾਈਨ ਗ੍ਰਾਫ ਕਰੇ ਜਾ ਰਹੇ ਹੋ, ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਬਿਕਾਜ਼ ਵਨ ਡੇ ਵਿਲ ਕਮ ਜਿੱਥੇ ਤੁਹਾਡਾ ਐਗਜ਼ਾਮ ਆ ਜਾਏਗਾ ਪਰ ਤੁਹਾਡੇ ਗ੍ਰਾਫ ਦੀ ਪ੍ਰੈਜ਼ੈਂਟੇਸ਼ਨਸ ਨੇ ਜਿਹੜੀਆਂ ਉਹ ਤੁਹਾਡੇ ਤੁਸੀਂ ਕਦੀ ਵੀ ਅਟੈਂਪਟ ਨਹੀਂ ਕੀਤੀਆਂ ਹੋਣਗੀਆਂ, ਜਿਹਦਾ ਕੰਸੀਕੁਐਂਸਸ ਤੁਹਾਨੂੰ ਐਗਜ਼ਾਮ 'ਚ ਫੇਸ ਕਰਨੇ ਪੈ ਸਕਦੇ ਨੇ। ਸੋ ਅਗਰ ਇਫ ਯੂ ਆਰ ਅਟੈਂਪਟਿੰਗ ਟਾਸਕ 1 ਤਾਂ ਤੁਸੀਂ ਇਸ ਤਰੀਕੇ ਨਾਲ ਹੀ ਕਰਨਾ, ਰਾਈਟ। ਸੇਮ ਗੋਜ਼ ਫॉर द टास्क 2 ਆਲਸੋ। ਇਫ ਯੂ ਆਰ ਲਾਈਕ ਟਰਾਈਂਗ ਟੂ ਗੈਟ ਫॉर द ਐਜੂਕੇਸ਼ਨ ਟੌਪਿਕਸ ਤਾਂ ਸਿਰਫ ਐਜੂਕੇਸ਼ਨ ਦਾ ਅਗਰੀ ਡਿਸਅਗਰੀ ਪਹਿਲਾਂ ਸੋਲਵ ਕਰੋ, ਫਿਰ ਉਹਦਾ ਐਡਵਾਂਟੇਜਸ ਡਿਸਐਡਵਾਂਟੇਜਸ ਸੋਲਵ ਕਰੋ, ਫਿਰ ਉਸਦਾ ਪ੍ਰੋਬਲਮ ਸੋਲੂਸ਼ਨ ਸੋਲਵ ਕਰੋ, ਰਾਈਟ। ਇਸ ਤਰੀਕੇ ਨਾਲ ਤੁਸੀਂ ਰਾਈਟਿੰਗ ਨੂੰ ਕਾਫੀ ਅੱਛਾ ਇੰਪਰੂਵ ਕਰ ਸਕਦੇ ਹੋ। ਸੋ ਮੂਵਿੰਗ ਟੂਵਰਡਸ ਦ ਲਿਸਨਿੰਗ ਮੋਡਿਊਲ। ਸੋ ਲਿਸਨਿੰਗ ਮੋਡਿਊਲ ਦੇ ਵਿੱਚ ਵੀ ਅਗਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਮੈਪ ਦੇ ਵਿੱਚ, ਸੋ ਅਗਰ ਤੁਸੀਂ ਮੈਪ ਨੂੰ ਮੇਨਲੀ ਹੈਂਡਲ ਕਰਨਾ ਹੈ, ਬਾਕੀ ਸਾਰੇ ਮੀਨਸ ਤੁਹਾਡੇ ਫਿਲ ਇਨ ਦ ਬਲੈਂਕ ਸਹੀ ਹੋ ਰਹੇ ਨੇ, MCQ ਸਹੀ ਹੋ ਰਹੇ ਨੇ, ਬਟ ਕੰਟੀਨਿਊਸਲੀ ਤੁਹਾਡਾ ਮੈਪ ਸਹੀ ਨਹੀਂ ਜਾ ਰਿਹਾ ਡਿਊਰਿੰਗ ਯੂਅਰ ਪ੍ਰੈਕਟਿਸ ਸੈਸ਼ਨ ਜਾਂ ਜਦੋਂ ਤੁਸੀਂ ਕਲਾਸ ਦੇ ਵਿੱਚ ਲਿਸਨਿੰਗ ਨੂੰ ਅਟੈਂਪਟ ਕਰਦੇ ਹੋ, ਸੋ ਵਟ ਯੂ ਹੈਵ ਟੂ ਡੂ ਇਜ਼ ਮੈਪ ਨੂੰ ਪਿਕ ਕਰੋ। ਪਹਿਲਾਂ ਦੇਖੋ ਕਿ ਮੈਪ ਲਈ ਆਪਾਂ ਨੂੰ ਕਿਹੜੀ ਇਨਫੋਰਮੇਸ਼ਨ ਹੈ ਜਿਹੜੀ ਗੈਦਰ ਕਰਨ ਦੀ ਜ਼ਰੂਰਤ ਹੈ। ਜਿਵੇਂ ਕਿ ਅਗਰ ਤੁਸੀਂ ਲਿਸਨਿੰਗ ਦੇ ਵਿੱਚ ਮੈਪ solve ਕਰਨਾ ਹੈ then you need to know certain words, like we need to know what is a roundabout, what is a intersection, T intersection ਕੀ ਹੈ, right, rear side ਕਿਹੜੀ ਹੁੰਦੀ ਹੈ, front side ਕਿਹੜੀ ਹੁੰਦੀ ਹੈ। so search on Google ਔਰ ਕਿਸੇ ਵੀ ਪਲੇਟਫਾਰਮ ਤੇ ਜਾ ਕੇ ਤੁਸੀਂ ਸਰਚ ਕਰੋ ਇਨਫੋਰਮੇਸ਼ਨ ਨੂੰ ਐਂਡ ਉੱਥੇ ਦੇਖੋ ਕਿ ਮੈਪ ਲਿਸਨਿੰਗ ਮੈਪ 'ਚ ਕਿਹੋ ਜਿਹੀ ਵੋਕੈਬਲਰੀ ਯੂਜ਼ ਹੁੰਦੀ ਹੈ ਐਂਡ ਯੂ ਸ਼ੁੱਡ ਨੋ ਦ ਮੀਨਿੰਗਸ ਆਫ ਦੋਜ਼ ਵਰਡਸ, ਰਾਈਟ। ਜਦੋਂ ਤੁਹਾਨੂੰ ਮੀਨਿੰਗ ਕਲੀਅਰ ਹੋ ਗਏ ਦੈਨ ਗੋ ਔਨ YouTube, ਤਾਂ ਉੱਥੇ ਤੁਸੀਂ ਸਰਚ ਕਰੋ ਮੈਪ ਦੇ ਰਿਲੇਟਡ ਲਿਸਨਿੰਗ ਵੀਡੀਓਜ਼ ਦੇ। ਬਹੁਤ ਸਾਰੀ ਵੀਡੀਓਜ਼ ਇਹੋ ਜਿਹੀਆਂ ਪਈਆਂ ਨੇ ਜਿਸ ਦੇ ਵਿੱਚ 40 ਦੇ 40 ਕੁਐਸਚਨਸ ਹੀ ਮੈਪਸ ਦੇ ਰਿਲੇਟਡ ਹੁੰਦੇ ਨੇ, ਰਾਈਟ। ਸੋ ਪਹਿਲਾਂ ਮੇਨਲੀ ਬੇਸਿਕ ਨੂੰ ਕਲੀਅਰ ਕਰੋ, ਫਿਰ ਉਸ ਬੇਸਿਕ ਨੂੰ ਕਲੀਅਰ ਕਰਕੇ ਟਿਪਸ ਐਂਡ ਟੈਕਨੀਕਸ ਗੈਦਰ ਕਰੋ ਐਂਡ ਫਿਰ ਉਹਨਾਂ ਦੇ ਉੱਤੇ ਪ੍ਰੈਕਟਿਸ ਕਰੋ। ਸਿਮਿਲਰਲੀ ਫਿਲ ਇਨ ਦ ਬਲੈਂਕ, ਸਿਮਿਲਰਲੀ MCQs। ਅਗਰ ਤੁਸੀਂ ਇੱਕ ਕੁਐਸਚਨ ਟਾਈਪ ਨੂੰ ਸਹੀ ਐਕੂਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਸਿਰਫ ਫੋਕਸ ਤੁਹਾਡਾ ਇੱਕ ਕੁਐਸਚਨ ਟਾਈਪ ਦੇ ਉੱਤੇ ਹੀ ਹੁੰਦਾ ਹੈ। ਐਜ਼ ਵੀ ਨੋ ਕਿ ਵੈਨ ਵੀ ਟੈਕਲ ਵਨ ਪ੍ਰੋਬਲਮ ਐਟ ਵਨ ਟਾਈਮ ਤਾਂ ਸੋਲਿਊਸ਼ਨਸ ਜ਼ਿਆਦਾ ਜਲਦੀ ਨਿਕਲਦੇ ਆ, ਰਾਈਟ, ਐਂਡ ਬਹੁਤ ਅੱਛੇ ਸੋਲਿਊਸ਼ਨ ਵੀ ਆਉਂਦੇ ਆ ਬਿਕਾਜ਼ ਆਪਣਾ ਫੋਕਸ ਐਂਡ ਕੰਸਨਟ੍ਰੇਸ਼ਨ ਸਿਰਫ ਇੱਕ ਪਾਸੇ ਹੀ ਹੁੰਦਾ, ਆਪਾਂ ਹੌਚ ਪੌਚ ਨਹੀਂ ਕਰਦੇ, ਰਾਈਟ। ਐਂਡ ਇਫ ਆਈ ਟਾਕ ਅਬਾਊਟ ਸਪੀਕਿੰਗ ਮੋਡਿਊਲ, first thing you need to do is कि speaking module
एग्जामिनर ने किद्दां इवैलूएट करना है तुहानूं वो पता होना चाहिए। बहुत सारे स्टूडेंट्स इहो ਜਿਹੇ ਹੁੰਦੇ ਨੇ जिन्हां दी फ्लुएंसी बहुत अच्छी ਹੁੰਦੀ है बट उन्हां दी प्रोनाउंसीएशन वर्ड्स ਨੂੰ प्रोनाउंसीएट ਕਰਨ ਦਾ ਤਰੀਕਾ ਸਹੀ ਨਹੀਂ ਹੁੰਦਾ, ਜਿਸ ਦੇ ਕਰਕੇ ਉਹਨਾਂ ਦੇ ਸਪੀਕਿੰਗ ਦੇ ਵਿੱਚੋਂ ਬੈਂਡ ਸਕੋਰ ਨਹੀਂ ਆਉਂਦੇ। ਐਜ਼ ਵੀ ਨੋ ਕਿ ਸਪੀਕਿੰਗ ਮੋਡਿਊਲ ਦੇ ਵਿੱਚ देयर आर four band descriptors which are pronunciation, fluency and coherence, then we have lexical resources and grammatical range and accuracy। ਪਹਿਲਾਂ ਤੁਸੀਂ 4 ਦੇ 4 descriptors ਜਾ ਕੇ ਪੜੋ ਕਿ ਅਗਰ ਮੇਰੀ pronunciation ਦੇ ਵਿੱਚ ਦਿੱਕਤ ਹੈ ਤਾਂ ਮੈਂ ਹੋਰ ਕਿਹੜੇ ਪਾਸੇ ਆ ਜਿਹੜੇ ਮਾਰਕਸ ਆਪਣੇ ਐਡ ਕਰ ਸਕਦਾ। ਇਫ ਯੂਰ ਸਟਰੋਂਗ ਪੁਆਇੰਟ ਇਜ਼ ਫਲੂਐਂਸੀ ਤਾਂ ਤੁਸੀਂ ਫਲੂਐਂਸੀ ਨੂੰ ਹੀ 9 ਬੈਂਡ ਦਾ ਕਰ ਲਓ ਕਿ ਅਗਰ ਪ੍ਰੋਨਾਂਸੀਏਸ਼ਨ ਦੇ ਵਿੱਚੋਂ ਬੈਂਡਸ ਕੋ ਡਿਡਕਟ ਵੀ ਹੁੰਦੇ ਆ ਤਾਂ ਤੁਸੀਂ ਫਲੂਐਂਸੀ ਦੇ ਵਿੱਚੋਂ ਉਹਨੂੰ ਹਾਈ ਸਕੋਰ ਕਰਕੇ ਕਵਰ ਅਪ ਕਰ ਸਕੋ, ਰਾਈਟ। ਪਹਿਲੀ ਚੀਜ਼ ਤਾਂ ਆਪਾਂ ਨੂੰ ਬੈਂਡ ਡਿਸਕ੍ਰਿਪਟਰਸ ਐਂਡ ਕਿੱਦਾਂ ਐਗਜ਼ਾਮੀਨਰ ਨੇ ਐਨਾਲਾਈਜ਼ ਕਰਨਾ ਉਹ ਸਭ ਗੱਲਾਂ ਦਾ ਪਤਾ ਹੋਣਾ ਚਾਹੀਦਾ। ਦੈਨ ਇਫ ਯੂ ਆਰ ਗੋਇੰਗ ਟੂ ਪ੍ਰੈਕਟਿਸ ਫॉर द स्पीकिंग मॉड्यूल, सो फाइनल एग्जाम तो पहला अपनी इन्नी क तैयारी होनी चाहिए है। नो डाउट वी हैव टू स्पीक नैचुरली, बट बहुत सारे स्टूडेंट्स इहो ਜਿਹੇ ਹੁੰਦੇ ਨੇ जिन्हां को नैचुरली आइडियाज ऑब्टेन करना ऑन द स्पॉट काफ़ी दिक्कत आती है, राइट। सो यू हैव टू सर्च फॉर द क्यू कार्ड्स। तुसी क्यू कार्ड्स ਨੂੰ ਅਸੈਂਬਲ ਕਰ ਲਓ कि इफ मैं एक पर्सन ਤੇ क्यू कार्ड आ गया, एज we have multiple of क्यू कार्ड्स that are related to a person। for example, describe an intelligent person, describe an older person, describe a skill that you learned from an older person, right। ਤਾਂ ਇਦਾਂ ਦੇ ਜਿੰਨੇ ਵੀ क्यू कार्ड्स अपने को आ रहे ने तो उन्होंने सारे क्यू कार्ड्स के लिए एक स्टोरी ਨੂੰ प्रिपेयर कर लो। यू हैव टू राइट डाउन, सर्च फॉर द लैक्सिकल रिसोर्सिस कि मैं इन्हां दे विच पर्सन ਨੂੰ ਬੋਲਣ ਲਈ ਕਿਹੜੇ वर्ड्स ਆ ਜਿਹੜੇ यूज कर सकदा, राइट। एंड बिफोर योर एग्जामिनेशन फोकस ऑन वन पार्ट ओनली। पहला सिर्फ इंट्रोडक्टरी क्वेश्चंस ਨੂੰ कवर अप करो, फिर क्यू कार्ड ਨੂੰ कवर अप करो एंड क्यू कार्ड ਦੇ साइमल्टेनियसली ਤੁਸੀਂ फॉलो अप क्वेश्चंस ਨੂੰ कवर करो, राइट। सो इन्ना चीज इस तरीके ਨਾਲ अगर ਤੁਸੀਂ प्रैक्टिस करोगे डेफिनेटली ਤੁਸੀਂ बहुत ही शॉर्ट टाइम पीरियड ਦੇ ਵਿੱਚ अपना डिजायरेबल बैंड स्कोर अचीव कर सकोगे। So don't forget that tackle each problem at one time, right। So that was all about the tips and techniques to crack your IELTS examination। So इसी तरह ਦੀਆਂ ਹੋਰ videos ਦੇਖਣ ਦੇ ਲਈ please subscribe my channel and press the bell icon to get notified about my videos। Thank you, all the best।